12th का जो चैप्टर सीगा कॉन्टिन्यूटी एंड डिफरेंशिएबिलिटी ਉਹਦਾ टॉपिक ਡੈਰੀਵੇਟਿਵ ਤੇ ਉਸ ਤੋਂ ਬਾਅਦ ਆਪਾਂ ਡਿਫਰੈਂਸ਼ੀਏਸ਼ਨ ਦੇਖਣਾ ਕੀ ਹੁੰਦਾ ਹੈ। ਸੋ ਡੈਰੀਵੇਟਿਵ ਕੀ ਹੁੰਦਾ ਬੇਟਾ, ਡੈਰੀਵੇਟਿਵ ਸਮਝਣ ਲਈ ਸਾਨੂੰ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਆ ਸਲੋਪ ਕੀ ਹੁੰਦੀ ਆ, ਫਿਰ ਸਾਨੂੰ ਪਤਾ ਹੋਣਾ ਚਾਹੀਦਾ ਆ ਟੈਂਜੈਂਟ ਕੀ ਹੁੰਦੀ ਹੈ। ਠੀਕ ਹੈ, ਦੋ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ, ਸਲੋਪ ਤੇ ਟੈਂਜੈਂਟ ਕੀ ਹੁੰਦੀ ਆ। ਦੇਖੋ ਬੇਟਾ, ਜਦੋਂ ਆਪਾਂ ਮਤਲਬ ਆਪਣੇ ਘਰ ਦੇ ਐਂਟਰ ਕਰਦੇ ਹਾਂ ਤਾਂ ਸਾਨੂੰ ਪਤਾ ਸਾਡੀ ਜਿਹੜੀ ਬਾਹਰ ਦਰਵਾਜ਼ੇ ਦੇ ਬਾਹਰ ਗਿੰਦਾ ਇੱਦਾਂ ਸਲੋਪ ਬਣਾਈ ਹੁੰਦੀ ਆ ਤਾਂ ਕਿ ਮੋਟਰਸਾਈਕਲ ਜਾਂ ਸਕੂਟਰ ਜੋ ਵੀ ਆਸਾਨੀ ਨਾਲ ਆਪਾਂ ਆਪਣੇ ਅੰਦਰ ਚੱਲ ਜੇ। ਇਹਨੂੰ ਬੇਟਾ ਆਪਾਂ ਸਲੋਪ ਕਹਿੰਦੇ ਆ। ਕਿੰਨੀ ਸਲੋਪ ਹੈ ਇਹਦੀ, ਕਿੰਨੀ ਸਲੋਪ ਆ, ਮਤਲਬ ਇਹਦਾ ਝੁਕਾਅ ਕਿੰਨਾ ਹੈ, ਕਿੰਨੀ ਹੈ, ਮਤਲਬ ਇਹਦੇ ਨਾਲ ਕਿੰਨਾ ਇਹ ਡਿਗਰੀ ਤੇ ਬੈਂਡ ਹੋਈ ਹੈ। ਠੀਕ ਹੈ, ਤਾਂ ਟੈਨ ਥੀਟਾ ਜੇ ਆਪਾਂ ਉਹਦਾ ਕੱਢ ਦਈਏ, ਜਿੱਦਾਂ ਮੰਨ ਲਾ ਇਹ 45 ਡਿਗਰੀ ਤੇ ਆ ਤੇ ਆਪਾਂ ਟੈਨ 45 ਕੱਢ ਦਈਏ, ਟੈਨ 45 ਕਿੰਨਾ ਹੁੰਦਾ 1, ਤਾਂ ਇਹਦੀ ਸਲੋਪ ਕਿੰਨੀ ਆ ਜਾਏਗੀ 1। ਇਹ ਹੁੰਦੀ ਆ ਸਲੋਪ ਮਤਲਬ ਆ ਕਿ ਉਹ ਐਕਸ ਐਕਸਿਸ ਨਾਲ ਜਿੱਦਾਂ ਕਿੰਨੇ ਡਿਗਰੀ ਤੇ ਝੁਕੀ ਹੋਈ ਆ। ਠੀਕ ਹੈ, ਕਿੰਨਾ ਝੁਕਾਅ ਆ ਉਹਦਾ ਇਹਦੇ ਨਾਲ। ਠੀਕ ਹੈ, ਤਾਂ ਉਹਨੂੰ ਆਪਾਂ ਸਲੋਪ ਕਹਿੰਦੇ ਆ। ਫਿਰ ਹੁੰਦਾ ਇੱਕ ਬੇਟਾ ਟੈਂਜੈਂਟ ਕੀ ਹੁੰਦਾ ਆ, ਮੰਨ ਲਓ ਜਿੱਦਾਂ ਸਾਡੇ ਕੋਲ ਸਰਕਲ ਆ, ਸਰਕਲ ਦੇ ਮੈਂ ਹਰੇਕ ਪੁਆਇੰਟ ਤੇ ਇਦਾਂ ਲਾਈਨ ਇੱਕ ਲਗਾ ਸਕਦਾ ਹਾਂ ਜਿਹਨੂੰ ਟੱਚ ਕਰਦੀ ਆ, ਸਪਰਸ਼ ਰੇਖਾ ਜਿਹਨੂੰ ਆਪਾਂ ਕਹਿੰਦੇ ਸੀ ਆਹ ਕੀ ਆ ਟੈਂਜੈਂਟ ਹੈ ਇਹਦੀ, ਇਹ ਕੀ ਆ ਟੈਂਜੈਂਟ ਹੈ ਇਹਦੀ, ਇਹ ਕੀ ਆ ਟੈਂਜੈਂਟ ਜਿਹਨੂੰ ਆਪਾਂ ਸਪਰਸ਼ ਰੇਖਾ ਕਹਿੰਦੇ ਹੁੰਦੇ ਆ। ਠੀਕ ਹੈ, ਤਾਂ ਜਿੰਨੇ ਵੀ ਸਰਕਲ ਦੇ ਉੱਤੇ ਪੁਆਇੰਟ ਆ, ਇਨਫਾਈਨਾਈਟ ਪੁਆਇੰਟ ਹੁੰਦੇ ਆ ਸਰਕਲ ਤੇ, ਹਰੇਕ ਪੁਆਇੰਟ ਤੇ ਮੈਂ ਕੀ ਕਰ ਸਕਦਾ ਇੱਕ ਟੈਂਜੈਂਟ ਡਰਾ ਕਰ ਸਕਦਾ ਜਿਹੜੀ ਕਿ ਇਹਨੂੰ ਇਦਾਂ ਟੱਚ ਕਰਕੇ ਜਾਏਗੀ। ਸੋ ਟੈਂਜੈਂਟ ਵੀ ਪਤਾ ਲੱਗ ਗਿਆ ਬੇਟਾ, ਆਪਾਂ ਨੂੰ ਸਲੋਪ ਵੀ ਪਤਾ ਲੱਗ ਗਈ। ਹੁਣ ਆਪਾਂ ਕਰਨਾ ਹੈ ਡੈਰੀਵੇਟਿਵ ਕੀ ਹੁੰਦਾ, ਡੈਰੀਵੇਟਿਵ ਹੁੰਦਾ ਬੇਟਾ ਸਲੋਪ ਆਫ ਟੈਂਜੈਂਟ। ਜਿਹੜਾ ਡੈਰੀਵੇਟਿਵ ਆ ਉਹਨੂੰ ਆਪਾਂ ਕਹਿੰਦੇ ਆ ਸਲੋਪ ਆਫ ਟੈਂਜੈਂਟ। ਇਹ ਬੇਟਾ ਦੇਖੋ ਆਪਾਂ ਨੂੰ ਪਤਾ ਲੱਗ ਗਿਆ ਇਹ ਕੀ ਆ, ਸਾਡੇ ਕੋਲ ਟੈਂਜੈਂਟ ਆ ਤੇ ਠੀਕ ਹੈ, ਇਹ ਆਪਾਂ ਟੈਂਜੈਂਟ ਕੀਤੀ ਆ, ਟੈਂਜੈਂਟ ਸਲੋਪ ਦਾ ਬੇਟਾ ਸਾਡੇ ਕੋਲ ਫਾਰਮੂਲਾ ਵੀ ਹੁੰਦਾ ਸੀ। ਆਪਾਂ ਲਾਈਨ ਜਿਹੜਾ ਚੈਪਟਰ ਪੜ੍ਹਿਆ ਸੀ, ਲਾਈਨ ਚੈਪਟਰ ਵਿੱਚ ਕੀ ਸੀਗਾ 11th ਕਲਾਸ ਵਿੱਚ ਲਾਈਨ ਸੀਗਾ, ਉਹਦੇ ਵਿੱਚ ਸਾਡੇ ਕੋਲ ਕੀ ਹੁੰਦਾ ਸੀ, ਸਾਡੇ ਕੋਲ 2 ਪੁਆਇੰਟ ਦਿੱਤੇ ਹੁੰਦੇ ਸੀ x1 y1 x2 y2, ਸਾਡੇ ਕੋਲ 2 ਪੁਆਇੰਟ ਹੁੰਦੇ ਸੀ। ਆਪਾਂ ਇਹਦੀ ਸਲੋਪ ਕੱਢਦੇ ਸੀਗੇ। ਸਲੋਪ ਬੇਟਾ ਕਿੱਦਾਂ ਕੱਢੀ ਦੀ ਆ, ਸਲੋਪ ਦਾ ਫਾਰਮੂਲਾ ਹੁੰਦਾ y2 ਮਾਈਨਸ y1 x2 ਮਾਈਨਸ x1। ਇਹ ਸਲੋਪ ਦਾ ਫਾਰਮੂਲਾ ਹੁੰਦਾ, ਮਤਲਬ ਜੇ ਤੁਹਾਡੇ ਕੋਲ 2 ਪੁਆਇੰਟ ਦਿੱਤੇ ਆਪਾਂ ਇਦਾਂ ਸਲੋਪ ਕੱਢ ਸਕਦੇ ਹਾਂ ਲਾਈਨ ਦੀ। ਆਹ ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਈ ਆ ਸਲੋਪ, ਇਹ ਆਪਾਂ ਇਦਾਂ ਕੱਢ ਸਕਦੇ ਹਾਂ। ਠੀਕ ਹੈ, ਤਾਂ ਇਸ ਤੋਂ ਬਾਅਦ ਇਹ ਸਾਡੇ ਕੋਲ ਡੈਰੀਵੇਟਿਵ ਦੀ ਗੱਲ ਕਰੀਏ ਆਪਾਂ। Derivative which is to know about derivatives, first of all we will discuss about slope and tangent. Slope of a line, suppose we have 2 points P x1 y1 and Q x2 y2। मान लो अपने को ਕੀ ਆ 2 ਪੁਆਇੰਟ ਆ x1 y1 ਤੇ x2 y2। join these 2 points to form a line PQ। ਜਿੱਦਾਂ ਦੇਖੋ ਇੱਥੇ ਸਾਡੇ ਕੋਲ ਹੈ x ਐਕਸਿਸ, ਇੱਥੇ ਸਾਡੇ ਕੋਲ ਹੈ y ਐਕਸਿਸ। ਠੀਕ ਹੈ, ਜੇ ਇਹ ਸਾਡੇ ਕੋਲ ਪੁਆਇੰਟ ਹੈ P x1 y1, ਇਹ ਸਾਡੇ ਕੋਲ ਪੁਆਇੰਟ ਹੈ P x2 y2। ਇਹਨੂੰ ਮੈਂ ਜੁਆਇਨ ਕਰਤਾ, ਇਹ ਕੀ ਬਣ ਗਈ ਹੈ ਸਾਡੇ ਕੋਲ ਲਾਈਨ ਬਣ ਗਈ ਹੈ। ਠੀਕ ਹੈ, ਇਹ ਜਿਹੜੀ ਲਾਈਨ ਵਾ ਇਹ ਦੇਖੋ ਧਿਆਨ ਨਾਲ, ਜੇ ਇਹ ਪੁਆਇੰਟ ਦਾ ਨਾਮ x1 y1 ਆ ਤਾਂ ਮਤਲਬ ਆਹ ਜਿਹੜੀ ਚੀਜ਼ ਇਹ ਕਿੰਨੀ ਹੋ ਗਈ x1, ਤੇ ਜੇ ਇਹ ਪੁਆਇੰਟ ਦਾ ਨਾਮ x2 y2 ਆ ਇਹਦਾ ਮਤਲਬ ਇੱਥੋਂ ਲੈ ਕੇ ਤੱਕ ਕੀ ਹੋ ਗਿਆ x2 ਹੋ ਗਿਆ। ਇਸੇ ਤਰ੍ਹਾਂ ਇਹਦੇ ਨਾਲ ਕੀ ਆ y1, ਇੱਥੋਂ ਲੈ ਕੇ ਤੱਕ ਕੀ ਹੋ ਗਿਆ y1, ਇੱਥੋਂ ਲੈ ਕੇ ਕੀ ਹੋ ਗਿਆ ਸਾਡੇ ਕੋਲ y2 ਡਿਸਟੈਂਸ ਹੋ ਗਿਆ। ਸਾਰਾ ਡਿਸਟੈਂਸ ਕੀ ਆ y2, ਯਾਨੀ ਜੇ ਆਪਾਂ ਆਹ ਡਿਸਟੈਂਸ ਕੱਢੀਏ ਇਹ ਕਿੰਨਾ ਹੋਏਗਾ x2 ਮਾਈਨਸ x1, ਇਹ ਬਣ ਗਿਆ x2 ਮਾਈਨਸ x1। ਤੇ ਜਿਹੜਾ ਆਹ ਵਾਲਾ ਡਿਸਟੈਂਸ ਆ ਇਹ ਕਿੰਨਾ ਹੋ ਜਾਏਗਾ, ਟੋਟਲ y2 ਸੀ, ਆ y1 ਆ, ਆਹ ਕਿੰਨਾ ਹੋ ਜਾਏਗਾ y2 ਮਾਈਨਸ y1। ਤਾਂ ਆਪਾਂ ਇਹ ਸਲੋਪ ਕੱਢਦੇ ਹਾਂ। ਸੋ ਸਲੋਪ ਆਫ ਦ ਲਾਈਨ, ਇਹ ਸਾਡੇ ਕੋਲ ਫਾਰਮੂਲਾ ਬਣਿਆ ਸੀਗਾ ਸਲੋਪ ਆਫ ਲਾਈਨ ਦਾ y2 ਮਾਈਨਸ y1 ਓਵਰ x2 ਮਾਈਨਸ x1। ਟੈਨ ਥੀਟਾ ਹੁੰਦਾ ਨਾ ਬੇਟਾ, ਟੈਨ ਥੀਟਾ ਕੀ ਹੁੰਦਾ ਪਰਪੈਂਡੀਕੂਲਰ ਓਵਰ ਬੇਸ, ਲੰਬ ਬਟਾ ਦਾ ਜਿਹਨੂੰ ਆਪਾਂ ਕਹਿੰਦੇ ਆ ਪਰਪੈਂਡੀਕੂਲਰ ਓਵਰ ਬੇਸ। ਪਰਪੈਂਡੀਕੂਲਰ ਕਿੰਨਾ ਆ ਗਿਆ y2 ਮਾਈਨਸ y1 ਤੇ ਜਿਹੜਾ ਬੇਸ ਕਿੰਨਾ ਆ ਗਿਆ x2 ਮਾਈਨਸ x1। ਤਾਂ ਟੈਨ ਥੀਟਾ ਬਣ ਗਿਆ ਸਾਡੇ ਕੋਲ, ਆਪਾਂ ਟੈਨ ਥੀਟਾ ਦੀ ਵੈਲਿਊ ਕੱਢ ਲਈ y2 ਮਾਈਨਸ y1 ਓਵਰ x2 ਮਾਈਨਸ x1। ਇਹ ਕੀ ਆ ਸਾਡੇ ਕੋਲ ਸਲੋਪ ਆ। ਇਹ ਆਪਾਂ ਲਾਈਨ ਦੀ ਸਲੋਪ ਕੱਢੀ ਜਦੋਂ ਸਾਡੇ ਕੋਲ 2 ਪੁਆਇੰਟ ਪਤਾ ਹੋਣ। ਜੇ ਤਾਂ ਸਾਡੇ ਕੋਲ 2 ਪੁਆਇੰਟ ਪਤਾ ਫਿਰ ਆਪਾਂ ਲਾਈਨ ਦੀ ਸਲੋਪ ਜਿਹੜੀ ਆ ਉਹ ਕੱਢ ਸਕਦੇ ਹਾਂ, ਈਜ਼ੀਲੀ ਕੱਢ ਸਕਦੇ ਹਾਂ। ਠੀਕ ਹੈ ਬੇਟਾ, ਸੋ ਬੇਟਾ ਲਾਈਨ ਦੀ ਜੇ ਤਾਂ ਸਾਡੇ ਕੋਲ 2 ਪੁਆਇੰਟ ਪਤਾ ਫਿਰ ਤਾਂ ਆਪਾਂ ਉਹਦੀ ਸਲੋਪ ਕੱਢ ਸਕਦੇ ਹਾਂ। ਪਰ ਜਿਹੜੀ ਟੈਂਜੈਂਟ ਹੁੰਦੀ ਆ, ਮੰਨ ਲਾ ਆਹ ਜਿੱਦਾਂ ਇੱਕ ਕਰਵ ਆ, ਇੱਥੇ ਇੱਕ ਪੁਆਇੰਟ ਆ, ਆਹ ਆਪਾਂ ਇੱਥੇ ਟੈਂਜੈਂਟ ਡਰਾ ਕਰ ਦਿੱਤੀ। ਜਿਹੜੀ ਟੈਂਜੈਂਟ ਹੁੰਦੀ ਆ ਉਹਦੇ ਤੇ ਤਾਂ ਸਿਰਫ ਇੱਕੋ ਹੀ ਪੁਆਇੰਟ ਹੁੰਦਾ, ਸਾਨੂੰ ਪਤਾ ਇੱਕ ਪੁਆਇੰਟ ਪਤਾ ਹੁੰਦਾ, ਆਪਾਂ ਕਹਿੰਦੇ ਇਸ ਪੁਆਇੰਟ ਤੇ ਇਹ ਟੈਂਜੈਂਟ ਆ। ਠੀਕ ਆ, ਆ ਆਪਾਂ ਕਹਿੰਦੇ ਆ ਕਿ ਆ ਜਿਹੜੀ ਆ ਇਸ ਪੁਆਇੰਟ ਤੇ ਟੈਂਜੈਂਟ ਆ, ਤਾਂ ਉੱਥੇ ਸਾਡੇ ਕੋਲ ਇੱਕ ਪੁਆਇੰਟ ਪਤਾ ਹੁੰਦਾ, ਉਹਦੀ ਆਪਾਂ ਸਲੋਪ ਕਿੱਦਾਂ ਕੱਢਣੀ ਹੈ, ਕਿਉਂਕਿ ਸਾਡੇ ਕੋਲ ਟੈਂਜੈਂਟ ਲਈ 2 ਪੁਆਇੰਟ ਚਾਹੀਦੇ ਆ। ਫਿਰ ਬੇਟਾ ਕੀ ਕਰਨਾ ਆਪਾਂ, ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾਉਂਦਾ। ਪਹਿਲਾਂ ਕੀ, ਜਿੱਦਾਂ ਮੰਨ ਲਓ ਸਾਡੇ ਕੋਲ ਕਰਵ ਆ ਕੋਈ, ਆ ਐਕਸ ਐਕਸਿਸ ਆ, ਆ ਸਾਡੇ ਕੋਲ y ਐਕਸਿਸ ਆ, ਸਾਡੇ ਕੋਲ ਕਰਵ ਆ। ਠੀਕ ਹੈ, ਇਸ ਕਰਵ ਉੱਤੇ ਕੋਈ ਪੁਆਇੰਟ ਆ, ਮੈਂ 2 ਪੁਆਇੰਟ ਲੈ ਲਏ ਪਹਿਲਾਂ, ਇੱਕ ਇਹ ਪੁਆਇੰਟ ਹੈ, ਇੱਕ ਇਹ ਪੁਆਇੰਟ ਆ, ਇਹ ਪੁਆਇੰਟ P ਹੈ, ਇਹ ਪੁਆਇੰਟ ਕੀ ਆ Q ਆ। ਇਹਨੂੰ ਮੈਂ ਕਹਿ ਦਿੱਤਾ x1 y1, ਇਹ ਪੁਆਇੰਟ ਨੂੰ ਮੈਂ ਕਹਿ ਦਿੱਤਾ x2 y2। ਠੀਕ ਹੈ, ਜਦੋਂ ਬੇਟਾ ਮੈਨੂੰ ਜੁਆਇਨ ਕੀਤਾ ਇਹ ਕੀ ਬਣ ਗਈ ਜੀ ਇੱਕ ਕੌਰਡ ਕੀ ਹੁੰਦਾ ਬੇਟਾ, ਜਦੋਂ ਸਰਕਲ ਤੇ ਕੋਈ 2 ਪੁਆਇੰਟ ਇੱਦਾਂ ਕਰਵ ਆ ਉੱਥੇ 2 ਪੁਆਇੰਟ ਨੂੰ ਜੁਆਇਨ ਕਰਦੇ ਆ, ਉਹਨੂੰ ਆਪਾਂ ਕਹਿੰਦੇ ਆ ਕੋਡ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਸੀ ਵਤਰ। ਠੀਕ ਹੈ, ਇਹਨਾਂ ਨੂੰ ਮੈਂ ਜੁਆਇਨ ਕਰਤਾ, ਇੱਕ ਕੌਰਡ ਬਣ ਗਈ ਆ। ਦੇਖੋ ਇਹ ਹੁਣ ਇਸ ਟਾਈਮ ਕੀ ਆ ਕੌਰਡ ਆ, ਯਾਨੀ ਇੱਕ ਲਾਈਨ ਵੀ ਹੈ ਨਾ ਇਹਦੀ ਤਾਂ ਆਪਾਂ ਸਲੋਪ ਕੱਢ ਸਕਦੇ ਹਾਂ। ਇਹਦੀ ਸਲੋਪ ਕਿੱਦਾਂ ਆਪਾਂ ਕੱਢ ਸਕਦੇ ਹਾਂ, ਇਹਦੀ ਸਲੋਪ ਕੱਢ ਸਕਦੇ ਹਾਂ y2 ਮਾਈਨਸ y1 x2 ਮਾਈਨਸ x1। ਇਹ ਕੀ ਇਹਦੀ ਸਲੋਪ। ਠੀਕ ਹੈ,
ਜਦੋਂ ਪਰ ਮੈਂ ਜਦੋਂ ਟੈਂਜੈਂਟ ਜਿਵੇਂ ਇੱਥੇ ਡਰਾ ਕਰਾਂ ਪੀ ਤੇ ਫਿਰ ਮੈਂ ਇਹਦੀ ਸਲੋਪ ਨਹੀਂ ਕੱਢ ਸਕਦਾ, ਕਿਉਂਕਿ ਉਸ ਟਾਈਮ ਮੇਰੇ ਕੋਲ ਇੱਕ ਪੁਆਇੰਟ ਵਾਲਾ ਜਦੋਂ ਮੈਂ ਟੈਂਜੈਂਟ ਬਣਾ ਦਵਾਂ, ਜੇ ਮੰਨ ਲਾ ਮੈਂ ਇੱਦਾਂ ਟੈਂਜੈਂਟ ਡਰਾ ਕਰ ਦਵਾਂ ਇੱਥੇ, ਉਸ ਟਾਈਮ ਮੇਰੇ ਕੋਲ ਸਿਰਫ ਇੱਕੋ ਹੀ ਪੁਆਇੰਟ ਆਏ ਟੈਂਜੈਂਟ ਉੱਤੇ ਕੀ ਆ ਪੀ, ਉਦੋਂ ਮੈਂ ਇਹਦੀ ਕੀ ਸਲੋਪ ਨਹੀਂ ਕੱਢ ਸਕਦਾ। ਤਾਂ ਫਿਰ ਮੈਂ ਕੀ ਕਰਨਾ ਬੇਟਾ, ਇੱਦਾਂ ਦੇ ਜਦੋਂ ਇੱਕ ਪੁਆਇੰਟ ਤੇ ਸਲੋਪ ਬਣਾਉਣ ਲਈ ਆਪਾਂ ਕੀ ਕਰਨਾ, ਮੰਨ ਲਓ ਮੈਂ ਕਿਊ ਨੂੰ ਜਿਹੜਾ ਇੱਥੇ ਇਹਦੇ ਕੋਲ ਬੇਟਾ ਇਹਦੇ ਕਰਵ ਦੇ ਉੱਤੇ ਜਾਂਦੇ ਜੇ ਲਿਆ ਕੇ ਇਹ ਕਿਊ ਪੁਆਇੰਟ ਨੂੰ ਮੈਂ ਬਿਲਕੁਲ ਪੀ ਦੇ ਕੋਲ ਲਿਆਇਆ, ਇਹਦੇ ਉੱਤੇ ਮੂਵ ਕਰਕੇ ਤਾਂ ਮੰਨ ਲਓ ਪਹਿਲਾਂ ਕਿਊ ਇੱਥੇ ਸੀ, ਫਿਰ ਇੱਥੇ ਚੱਲ ਗਿਆ, ਇੱਥੇ ਚੱਲ ਗਿਆ, ਇੱਥੇ ਚੱਲ ਗਿਆ, ਇੱਥੇ ਚੱਲ ਗਿਆ, ਕਿਊ ਜਿਹੜਾ ਆ ਪੀ ਦੇ ਬਹੁਤ ਜ਼ਿਆਦਾ ਨੇੜੇ ਆ ਗਿਆ। ਜਦੋਂ ਪੀ ਦੇ ਬਹੁਤ ਜ਼ਿਆਦਾ ਨੇੜੇ ਆ ਗਿਆ, ਇੰਨੀ ਨੇੜੇ ਆ ਗਿਆ ਕਿ ਜਿਹੜਾ ਪੀ ਤੇ ਕਿਊ ਵਾਲਾ ਡਿਸਟੈਂਸ ਆ, ਜਿੱਦਾਂ ਮੰਨ ਲਓ ਆ ਪੀ ਆ ਸਾਡੇ ਕੋਲ, ਆ ਕਿਊ ਜਿਹੜਾ ਡਿਸਟੈਂਸ ਆ ਨਾ ਬਹੁਤ ਹੀ ਜ਼ਿਆਦਾ ਛੋਟਾ ਹੋ ਗਿਆ, ਬਹੁਤ ਜ਼ਿਆਦਾ ਛੋਟਾ ਹੋ ਗਿਆ। ਤਾਂ ਮੰਨ ਲਓ ਕਿ ਟੈਂਡਸ ਟੂ 0 ਕਹਿ ਦਿਓ ਆਪਾਂ, ਮਤਲਬ ਕਿ 0 ਹੀ ਬਣਨ ਵਾਲਾ ਆ, ਜਿੱਦਾਂ ਆਪਾਂ ਕਹਿੰਦੇ 0.0000001, ਠੀਕ ਹੈ, ਬਹੁਤ ਛੋਟਾ ਨੰਬਰ ਆ, ਮਤਲਬ ਇੰਨਾ ਘੱਟ ਡਿਸਟੈਂਸ ਹੋ ਗਿਆ ਇਹਨਾਂ ਦੇ ਵਿੱਚ। ਉਸ ਟਾਈਮ ਦੀ ਮੈਂ ਹੁਣ ਗੱਲ ਕਰਨ ਲੱਗਾ, ਮੈਂ ਜਿਹੜਾ ਕਿਊ ਪੁਆਇੰਟ ਆ ਇਹਨੂੰ ਪੀ ਦੇ ਬਿਲਕੁਲ ਨੇੜੇ ਲੈ ਆਇਆ, ਠੀਕ ਹੈ। ਤੋ ਇਸ ਚੀਜ਼ ਨੂੰ ਮੈਂ ਦਿਖਾਉਣ ਲਈ ਤੁਹਾਨੂੰ ਹੁਣ ਨਵਾਂ ਡਾਇਗਰਾਮ ਬਣਾ ਕੇ ਦਿਖਾ ਦਿੰਦਾ ਬੇਟਾ। ਇਹ ਦੇਖੋ ਸਾਡੇ ਕੋਲ ਨਵਾਂ ਡਾਇਗਰਾਮ ਆ ਗਿਆ। ਆ ਪੀ ਪੁਆਇੰਟ ਜਿਹੜਾ ਆ, ਪੀ ਤੇ ਕਿਊ ਜਿਹੜੇ ਦੋਨੇ ਬਹੁਤ ਨੇੜੇ ਨੇੜੇ ਆ, ਵੈਰੀ ਕਲੋਜ਼ ਆ, ਕਿਊ ਜਿਹੜਾ ਆ ਪੀ ਦੇ ਬਹੁਤ ਨੇੜੇ ਆ। ਦੇਖੋ ਕਿਉਂਕਿ ਮੈਂ ਜੇ ਜ਼ਿਆਦਾ ਨੇੜੇ ਬਣਾਵਾਂ ਤਾਂ ਤੁਹਾਨੂੰ ਆ ਜਿਹੜਾ ਡਾਇਗਰਾਮ ਸ਼ੋਅ ਕਰਨ 'ਚ ਜਿਹੜੀ ਜੋ ਚੀਜ਼ ਆ ਡਿਸਟੈਂਸ ਕਿੰਨਾ ਇਹ ਸ਼ੋਅ ਕਰਨ ਵਿੱਚ ਪ੍ਰੋਬਲਮ ਆਉਣੀ ਹੈ, ਇਸ ਲਈ ਮੈਂ ਕਿਊ ਨੂੰ ਥੋੜ੍ਹਾ ਜਿਹਾ ਦੂਰ ਬਣਾਇਆ ਆ ਤਾਂ ਕਿ ਆਪਾਂ ਇਹ ਦੇਖ ਸਕੀਏ ਕਿ ਆਹ ਡਿਸਟੈਂਸ ਕਿੰਨਾ ਹੈ, ਠੀਕ ਹੈ। ਤੋ ਹੈਗਾ ਇਹ ਬਹੁਤ ਜ਼ਿਆਦਾ ਨੇੜੇ ਆ ਕਿਊ। ਮੰਨ ਲਓ ਆ ਪੀ ਕਿੰਨਾ x1 y1 ਆ, ਕਿਊ ਕਿੰਨਾ x2 y2 ਆ ਪੁਆਇੰਟ। ਜੇ ਆਪਾਂ ਧਿਆਨ ਨਾਲ ਦੇਖੀਏ ਹੁਣ, ਜੇ ਆ x1 y1 ਪੁਆਇੰਟ ਆ ਪੀ, ਤੇ ਆ ਸਾਡੇ ਕੋਲ ਇੰਨਾ ਡਿਸਟੈਂਸ ਕਿੰਨਾ ਹੋ ਗਿਆ ਇੱਥੋਂ ਲੈ ਕੇ ਤੱਕ, ਇਹ ਸਾਡੇ ਕੋਲ ਹੋ ਗਿਆ x1, ਆ ਕਿੰਨਾ ਹੋ ਗਿਆ x2, ਤੇ ਇੱਧਰੋਂ ਲੈ ਕੇ ਆ ਇੱਥੇ y1 ਲਿਖਿਆ ਹੈ, ਆ y1 ਡਿਸਟੈਂਸ ਹੋ ਗਿਆ, ਆ ਕਿੰਨਾ ਹੋ ਗਿਆ y2। ਤੇ ਜਿਹੜਾ ਇੰਨਾ ਕੁ ਡਿਸਟੈਂਸ ਆਇਆ ਹੈ, ਇਹ ਡਿਸਟੈਂਸ ਕਿੰਨਾ ਹੋ ਗਿਆ x2 x1, ਇਹ ਬਣ ਗਿਆ ਸਾਡੇ ਕੋਲ x2 x1। ਇੱਧਰ ਵਾਲਾ ਡਿਸਟੈਂਸ ਜਿਹੜਾ ਨਿੱਕਾ ਜਿਹਾ ਡਿਸਟੈਂਸ ਆ, ਇੰਨਾ ਕੁ ਡਿਸਟੈਂਸ ਜਿਹੜਾ ਵਾਲਾ ਨਾ, ਇਹ ਡਿਸਟੈਂਸ ਕਿੰਨਾ ਹੋਏਗਾ, ਇਹ ਡਿਸਟੈਂਸ ਹੋਏਗਾ ਸਾਡੇ ਕੋਲ ਟੋਟਲ y2 ਆ, ਇੱਥੋਂ ਲੈ ਕੇ ਤੱਕ y1 ਆ, ਇਹ ਬਣ ਗਿਆ ਸਾਡੇ ਕੋਲ y2 y1, ਠੀਕ ਹੈ। ਹੁਣ ਬੇਟਾ ਜਦੋਂ ਆਪਾਂ as ਕਿਊ moves very close to p, ਜਦੋਂ ਜਿਹੜਾ ਕਿਊ ਆ ਉਹ ਮੂਵ ਕਰੇਗਾ very close to p, x2 x1 y2 y1 approximately tends to 0। ਇਹਦਾ ਕੀ ਬੇਟਾ ਮਤਲਬ ਹੈ, ਇਹਨੂੰ ਸਮਝੀਏ ਧਿਆਨ ਨਾਲ। ਜਦੋਂ ਕਹਿੰਦਾ x1 ਤੇ ਜਿਹੜੇ x2 ਆ ਮੂਵਸ ਕਰਨਗੇ, ਜਦੋਂ ਕਿਊ ਆ ਜਿਹੜਾ ਮੂਵ ਕਰੇਗਾ p ਦੇ ਕੋਲ, ਜਦੋਂ ਜਿਹੜਾ ਕਿਊ ਪੁਆਇੰਟ ਵਾ ਉਹ ਮੂਵ ਕਰੇਗਾ p ਦੇ ਕੋਲ, ਤਾਂ ਕਹਿੰਦੇ ਜਿਹੜਾ x2 x1 ਡਿਸਟੈਂਸ ਆ ਉਹ ਕਿਹਦੇ ਕੋਲ ਜਾਏਗਾ 0, ਕਿਉਂਕਿ ਜਦੋਂ ਦੋ ਪੁਆਇੰਟ ਬਿਲਕੁਲ ਨੇੜੇ ਆ ਗਏ, ਜਿੱਦਾਂ ਆਹ ਪੁਆਇੰਟ ਹੈ ਆਹ ਪੁਆਇੰਟ ਆ p ਆ ਕਿਊ ਆ, ਹੱਲੇ ਇਹਨਾਂ ਵਿੱਚ ਡਿਸਟੈਂਸ ਜਿਹੜਾ ਆ ਉਹ x2 x1 ਆ। ਜਦੋਂ p ਬਿਲਕੁਲ ਨੇੜੇ ਆ ਜਾਏਗਾ ਤਾਂ x2 x1 ਡਿਸਟੈਂਸ ਜਿਹੜਾ x2 x1 ਡਿਸਟੈਂਸ ਆ ਉਹ ਵੀ ਲਗਭਗ 0 ਹੀ ਬਣ ਜਾਣਾ ਹੈ, ਲਗਭਗ 0 ਬਣ ਜਾਣਾ, 0 ਨਹੀਂ ਹੋਵੇਗਾ। ਆਪਾਂ ਉਹਨੂੰ ਐਨ ਬਿਲਕੁਲ p ਪੁਆਇੰਟ ਨੂੰ ਐਨ ਕਿਊ ਦੇ ਉੱਤੇ ਨਹੀਂ ਲੈ ਕੇ ਜਾਣਾ, ਕਿਉਂਕਿ ਕਿਊ ਦੇ ਉੱਤੇ ਲੈ ਗਿਆ ਫਿਰ ਤਾਂ ਉਹ 1 ਪੁਆਇੰਟ ਹੋ ਗਿਆ, ਜੇ 1 ਪੁਆਇੰਟ ਹੋ ਗਿਆ ਫਿਰ ਤਾਂ ਆਪਾਂ ਟੈਂਜੈਂਟ ਦੀ ਸਲੋਪ ਕੱਢ ਹੀ ਨਹੀਂ ਸਕਦੇ, ਠੀਕ ਹੈ। ਤਾਂ ਆਪਾਂ ਕੀ ਕਰਨਾ, p ਪੁਆਇੰਟ ਨੂੰ ਉਹਦੇ ਕਿਊ ਤੇ p ਨੂੰ ਬਿਲਕੁਲ ਨੇੜੇ ਰੱਖਣਾ, ਠੀਕ ਹੈ, ਬਹੁਤ ਹੀ ਨੇੜੇ। 10 to 0 ਦਾ ਮਤਲਬ ਕੀ ਹੁੰਦਾ ਬੇਟਾ, ਲਿਮਿਟ ਵਿੱਚ ਆਪਾਂ ਲਿਖਦੇ ਨਾ, ਲਿਮਿਟ ਵਿੱਚ ਆਪਾਂ ਲਿਖਦੇ ਹਾਂ x tend to 0, x tend to 0 ਦਾ ਮਤਲਬ ਹੁੰਦਾ ਹੈ ਕਿ 0 ਕੋਲ ਜਾ ਰਿਹਾ, 0 ਦੇ ਕੋਲ ਆ ਬਿਲਕੁਲ, ਬਟ 0 ਨਹੀਂ ਹੈਗਾ, ਠੀਕ ਹੈ। ਇਸੇ ਤਰ੍ਹਾਂ ਆ ਜਿਹੜਾ x2 x1 ਡਿਸਟੈਂਸ ਆ, ਤੇ ਇੱਦਾਂ ਹੀ y2 y1 ਡਿਸਟੈਂਸ ਜਿਹੜਾ ਆ ਇਹ ਵੀ 10 to 0 ਆ, 10 to 0 ਦਾ ਮਤਲਬ ਬਹੁਤ ਜ਼ਿਆਦਾ ਛੋਟਾ ਨੰਬਰ ਆ। ਤੇ ਜਦੋਂ 10 to 0 ਹੋਵੇ ਤਾਂ ਮੈਥ ਵਿੱਚ ਜਦੋਂ ਵੀ ਬੇਟਾ ਕੋਈ ਕੁਆਂਟੀਟੀ ਬਹੁਤ ਜ਼ਿਆਦਾ ਛੋਟੀ ਹੋਵੇ ਤਾਂ ਉਹਨੂੰ ਆਪਾਂ d ਪਾਉਂਦੇ, ਇੱਦਾਂ dx, ਜਿਹਦਾ ਡਿਸਟੈਂਸ ਜਿਹੜਾ ਆ x2 x1 ਵਿੱਚ ਡਿਸਟੈਂਸ ਕਿਹੜਾ ਆ ਉਹਨੂੰ ਆਪਾਂ dx ਕਹਿੰਦੇ, ਯਾਨੀ ਬਹੁਤ ਛੋਟਾ ਜਿਹਾ ਡਿਸਟੈਂਸ। ਇੱਦਾਂ ਹੀ y2 y1 ਆ, y2 ਤੇ y1 ਵਿੱਚ ਜਿਹੜਾ ਡਿਸਟੈਂਸ ਆ ਉਹ ਵੀ ਬਹੁਤ ਛੋਟਾ ਜਿਹਾ ਡਿਸਟੈਂਸ, ਉਹਨੂੰ ਆਪਾਂ dy ਕਹਿ ਦਿੰਦੇ ਆ। ਤਾਂ ਆਪਾਂ ਕੋਲ ਸਲੋਪ ਕੀ ਸੀ, ਸਲੋਪ ਆਪਾਂ ਕੱਢੀ ਸੀ ਇੱਥੇ, ਸਲੋਪ ਆਪਣੇ ਕੋਲ ਸੀਗੀ y2 y1 x2 x1, ਇਹਨੂੰ ਮੈਂ dy ਕਹਿਤਾ, ਇਹਨੂੰ ਮੈਂ dx ਕਹਿਤਾ, ਠੀਕ ਹੈ। dy ਕੀ ਆ, ਬਹੁਤ ਹੀ ਛੋਟਾ ਜਿਹਾ ਡਿਸਟੈਂਸ ਆ, ਇਹਦੇ dx ਵੀ ਬਹੁਤ ਛੋਟਾ ਜਿਹਾ ਡਿਸਟੈਂਸ ਆ, ਸੋ ਇਹਨੂੰ ਆਪਾਂ ਡੈਰੀਵੇਟਿਵ ਕਹਿੰਦੇ ਆ। ਡੈਰੀਵੇਟਿਵ ਕੀ ਆ, ਡੈਰੀਵੇਟਿਵ ਆ, ਠੀਕ ਹੈ। ਡੈਰੀਵੇਟਿਵ ਕੀ ਆ, ਇਹ ਸਲੋਪ ਆ, ਕਿਹਦੀ ਸਲੋਪ ਆ, ਜਦੋਂ ਦੇਖੋ ਬੇਟਾ p ਤੇ q ਬਿਲਕੁਲ ਨੇੜੇ ਆ ਜਾਣੇ ਆ, ਤਾਂ ਜਿਹੜੇ ਜਿੱਦਾਂ ਆਪਣਾ ਇੱਦਾਂ ਕਰਵ ਸੀਗਾ, ਆਹ p ਪੁਆਇੰਟ ਸੀ, ਆਹ q ਪੁਆਇੰਟ ਸੀ, ਹੁਣ ਜਿਹੜੀ ਆ ਕੋਡ ਆ ਉਹ ਲਗਭਗ ਇਹਦੀ ਟੈਂਜੈਂਟ ਹੀ ਬਣ ਜਾਣੀ ਆ, ਠੀਕ ਹੈ। ਆ ਜਿਹੜੀ ਕੋਡ ਸੀਗੀ ਉਹ ਕੀ ਬਣ ਜਾਣੀ, ਇਹਦੀ ਇੱਕ ਟੈਂਜੈਂਟ ਹੀ ਬਣ ਜਾਣੀ ਆ, ਠੀਕ ਹੈ। ਤਾਂ ਇਹ ਜਦੋਂ ਡਿਸਟੈਂਸ ਬਹੁਤ ਜ਼ਿਆਦਾ ਘੱਟ ਹੋ ਜਾਂਦਾ ਹੈ, ਫਿਰ ਜਿਹੜੀ ਸਲੋਪ ਹੈ ਟੈਂਜੈਂਟ ਦੀ ਸਲੋਪ ਬਣ ਜਾਂਦੀ ਆ, ਠੀਕ ਹੈ। ਤਾਂ ਟੈਂਜੈਂਟ ਦੀ ਸਲੋਪ ਨੂੰ ਆਪਾਂ ਕੀ ਕਹਿੰਦੇ ਆ, ਡੈਰੀਵੇਟਿਵ। ਆ ਆਪਾਂ ddx ਲਿਖਿਆ ਨਾ, dy/dx, ਇਹਨੂੰ ਕਹਿੰਦੇ ਆ ਡੈਰੀਵੇਟਿਵ ਕਹਿੰਦੇ ਆ। ਇਹ ਡੈਰੀਵੇਟਿਵ ਕੀ ਹੁੰਦਾ ਆ, ਇਹ ਸਲੋਪ ਹੁੰਦੀ ਆ ਕਿਹਦੀ, ਟੈਂਜੈਂਟ ਦੀ। ਤਾਂ ਸਾਡੇ ਕੋਲ ਡੈਫੀਨੇਸ਼ਨ ਆ ਗਈ ਆ ਕਿ ਡੈਰੀਵੇਟਿਵ ਕੀ ਆ, ਡੈਰੀਵੇਟਿਵ ਇਜ਼ ਇਕੁਅਲ ਟੂ ਸਲੋਪ ਆਫ ਟੈਂਜੈਂਟ। ਸੋ ਡੈਰੀਵੇਟਿਵ ਇਜ਼ ਇਕੁਅਲ ਟੂ ਸਲੋਪ ਆਫ ਟੈਂਜੈਂਟ। ਸੋ ਡੈਰੀਵੇਟਿਵ ਕੀ ਆ, ਸਲੋਪ ਆਫ ਟੈਂਜੈਂਟ ਆ, ਠੀਕ ਹੈ ਬੇਟਾ। ਇੱਕ ਚੀਜ਼ ਸਮਝ ਆ ਗਈ ਕਿ ਡੈਰੀਵੇਟਿਵ ਕੀ ਆ, ਸਲੋਪ ਆਫ ਟੈਂਜੈਂਟ।
फिर बेटा साढ़े कोल आ जाता है फस्ट प्रिंसीपल ऑफ डेरिवेटिव्स। फस्ट प्रिंसीपल ऑफ डेरिवेटिव्स 11th क्लास ਦੇ ਵਿੱਚ ਹੈ। 11th क्लास ਵਿੱਚ ਆਪਾਂ ਇਹਦੇ ਨਾਲ ਕੁਐਸਚਨ ਵੀ ਕੀਤੇ ਆ। ਫਸਟ ਪ੍ਰਿੰਸੀਪਲ ਆਫ ਡੈਰੀਵੇਟਿਵ। ਫਸਟ ਪ੍ਰਿੰਸੀਪਲ ਆਫ ਡੈਰੀਵੇਟਿਵਸ ਕੀ ਹੁੰਦਾ ਬੇਟਾ, ਇਹਨੂੰ ਆਪਾਂ ਇਦਾਂ ਲੈਂਦੇ ਲਿਮਿਟ h ਟੈਂਡਸ ਟੂ 0 f of x plus h minus fx over h is, ਇਹਨੂੰ ਆਪਾਂ ਕਹਿੰਦੇ ਫਸਟ ਪ੍ਰਿੰਸੀਪਲ ਆਫ ਡੈਰੀਵੇਟਿਵਸ। ਲਿਮਿਟ h ਟੈਂਡ ਟੂ 0 f of x plus h minus fx over h। ਠੀਕ ਹੈ, ਇਹ ਕਿੱਦਾਂ ਬਣਿਆ ਬੇਟਾ, ਇਹਦੇ ਬਾਰੇ ਆਪਾਂ ਦੇਖਿਆ ਹੁਣ बेटा ਉਹੀ डायग्राम ਜਿਹੜਾ ਆਪਾਂ ਪਹਿਲਾਂ ਬਣਾਇਆ ਸੀ, बस फर्क ਕੀ ਆ, जिथे आप x1 y1 लिखा सी उत्थे मैं इत्थे x लिख देना, इत्थे fx लिख देना। ठीक है, तो जिथे मैं x2 y2 लिखा सी उत्थे मैं लिख देना x प्लस h ते f of x प्लस h। इदा क्यों लिखा, देखो बेटा जे आप x1 y1 ना लीए, x1 y1 x2 y2 ना लीए तो आप इदा भी लिख सकते हैं कि मान लो आ डिस्टेंस इत्थों कित्थे तक x आ। ठीक है, तो जिहड़ा आ छोटा जिहा डिस्टेंस सीगा, जिहड़ा छोटा जिहा डिस्टेंस जिहनूं आप x2 माइनस x1 कहा सी, जिहनूं मैं h लिख लवां। ठीक है, तो इत्थों कित्थे तक x आ, इत्थों कित्थे तक टोटल कितना बन गया x प्लस h। इस दे अकॉर्डिंगली ही अपने कोल y की वैल्यू हो जानी आ। जे आ x आ तो बेटा f of x हुंदा आ, तो जे आ x प्लस h आ की हुंदा f of x प्लस h। ठीक है, x प्लस h दे नाल y की वैल्यू कितनी आ गई f of x प्लस h, तो x दे नाल y की वैल्यू की है f of x। ठीक है, जे मैं x1 y1 की जगह ते आ लिख देवां, x2 y2 की जगह ते आ लिख देवां, तो फिर मेरे को स्लोप की बनदी है बेटा, फिर मेरे को स्लोप आ जाती है, फिर मेरे को स्लोप आ जाती। देखो आ साडे कोल y2 आ साडे कोल y1, y2 माइनस y1 ओवर x2 माइनस x1, तो नीचे x ते x तक कट गया, साडे को आ जाता f of x प्लस h माइनस fx ओवर h। सो ये साडे को क्या आ गया हुण स्लोप ऑफ पी क्यू, यानी कि ये जिहड़ी ਉਹੀ दो पॉइंट सी जिहड़े p ते q जदों बहुत नेड़े आ जांदे आ। ठीक है, ਉਹੀ दो पॉइंट जिहड़े p ते q सीगे, p पॉइंट सी q पॉइंट सी, जदों बहुत ज़्यादा नेड़े आ जांदे आ, ਜਦੋਂ ਇਹ ਦੋਨੇ ਪੁਆਇੰਟ ਬਹੁਤ ਜ਼ਿਆਦਾ ਨੇੜੇ ਆ ਜਾਣ ਬੇਟਾ, ਜਦੋਂ ਦੋਨੇ ਪੁਆਇੰਟ ਬਹੁਤ ਜ਼ਿਆਦਾ ਨੇੜੇ ਆ ਜਾਣ ਤਾਂ ਕੀ ਹੁੰਦਾ, ਜਿਹੜਾ ਐਚ ਵਾ, ਜਿਹੜਾ ਐਚ ਡਿਸਟੈਂਸ ਆ ਇਹ ਲਗਭਗ 0 ਬਣ ਜਾਂਦਾ ਹੈ, ਲਗਭਗ 0 ਬਣ ਜਾਂਦੇ ਨੇ। ਆਪਾਂ ਕਹਿੰਦੇ ਐਚ ਟੈਂਡਸ ਟੂ 0 ਜਦੋਂ ਪੀ ਤੇ ਕਿਊ ਕੋਇਨਸਾਈਡ ਕਰਨ ਵਾਲੇ ਹੀ ਆ। ਕੋਇਨਸਾਈਡ ਕਰਨ ਵਾਲੇ ਦਾ ਮਤਲਬ ਇੱਕ ਦੂਜੇ ਦੇ ਉੱਤੇ ਆਉਣ ਵਾਲੇ ਆ, ਆਉਣੇ ਤਾਂ ਨਹੀਂ, ਆਪਾਂ ਥੋੜ੍ਹੇ ਜਿਹੇ ਦੂਰ ਹੀ ਰੱਖਣੇ, ਬਹੁਤ ਥੋੜ੍ਹਾ ਘੱਟ ਡਿਸਟੈਂਸ ਰੱਖਣਾ ਦੋਨਾਂ ਦੇ ਵਿੱਚ, ਉਦੋਂ ਆਪਾਂ ਕਹਿੰਦੇ ਆ ਐਚ ਟੈਂਡ ਟੂ 0। ਲਿਮਿਟ ਵਾਲਾ ਕਨਸੈਪਟ ਸਿੱਖਿਆ, ਲਿਮਿਟ ਵਿੱਚ ਵੀ ਇੱਦਾਂ ਹੁੰਦਾ ਸੀ ਐਚ ਟੈਂਡ ਟੂ 0। ਐਚ ਟੈਂਡ ਟੂ 0 ਦਾ ਮਤਲਬ ਕੀ ਹੈ, ਐਚ ਲਗਭਗ ਜਿਹੜਾ ਐਚ ਵਾ ਲਗਭਗ 0 ਹੀ ਬਣਨ ਵਾਲਾ ਆ। उस टाइम जी ये कॉर्ड वा वो टेंजेंट बनती आ देखो जो आ कॉर्ड आ कॉर्ड का की होंगे किसी दो पॉइंट आप ज्वाइन करते हैं, जिदा आ पॉइंट मैं ज्वाइन किया कॉर्ड बन गई। ठीक है, ये जी कॉर्ड आ जे मैं चक के नाल बिल्कुल लिया वा, जे मैं इनू बिल्कुल ये नाल लिया पॉइंट उदों भी ये कॉर्ड ही आ, पर जो ये पॉइंट बहुत ज़्यादा पी ते बहुत ज़्यादा नेड़े आ गया फिर ये बन जाती है एक टेंजेंट। तो जो एच टेंड टू 0 आ, जो एच टेंड टू 0 होंगे, जो एच 0 को जा रहा होंगे तो जी स्लोप ऑफ कॉर्ड वा ये स्लोप ऑफ की बन जाती है, टेंजेंट बन जाती है। यानी इत्थे जे मैं लिख देवां लिमिट एच टेंड टू 0, लिमिट एच टेंड टू 0 का मतलब की है जो एच 0 को अप्रोच कर रहा उस टाइम जी आ देखो लिमिट एच टेंड टू 0 एफ ऑफ एक्स प्लस एच माइनस एफ एक्स ओवर एच, ये की बन जाती है स्लोप ऑफ टेंजेंट बन जाती है। इनू आप कहते बेटा फस्ट प्रिंसीपल, ये फस्ट प्रिंसीपल ऑफ डेरिवेटिव आ। तो स्लोप ऑफ टेंजेंट आप कहते हैं डी वाई बाई डी एक्स, डी डी एक्स ऑफ एफ एक्स, जी एफ एक्स हो फंक्शन वाई था तो एफ एक्स लिखा हो, फिर उन्होंने आप एफ डैश एक्स भी कह देंगे। एफ डैश एक्स का भी मतलब बेटा डेरिवेटिव ही होंगे, एफ डैश एक्स के इक्वल आ लिमिट एच टेंड टू 0 एफ ऑफ एक्स प्लस एच माइनस एफ एक्स ओवर एच। ये की है साडे कोल फस्ट प्रिंसीपल ऑफ डेरिवेटिव। दिस इज ऑल्सो नोन एज फस्ट प्रिंसीपल ऑफ डेरिवेटिव। समटाइम्स दिस फार्मूला इज ऑल्सो रिटन एज, कई बार इन्होंने इदा भी लिखा होंगे एफ डैश ए लिमिट एच टेंड टू ए एफ ऑफ ए प्लस एच माइनस एफ ऑफ ए ओवर एच, यानी एक्स की जगह तो कई बार वो एच लिख दिंदा, तो भी मतलब फार्मूला हैगा वही है फस्ट प्रिंसीपल ही है। फिर इतने एफ डैश एक्स नहीं आप लिखना, इतने एफ डैश ए लिखते हैं। ठीक है बेटा, बेटा हम डिफरेंशिएबिलिटी में देखिए आप फिर दोबारा कि लेट एफ बी अ रियल फंक्शन, let f be a real function and there is a point c on its domain। मान ला कोई f कोई रियल वैल्यूड फंक्शन है जिहदी डोमेन रेंज की होंगी है रियल नंबर, उहदे विच की है कहंदा c कोई पॉइंट वा, c कोई पॉइंट आ, अज दा c कोई पॉइंट आ, x की है जनरल पॉइंट है। ठीक है, तो हुण इदां ही जिद्दां आपां इहनूं p लिख लईए इहनूं q लिख लईए, जदों जिहड़ा c जिहड़ा आ बिल्कुल x दे नेड़े आएगा, जदों x c दे नेड़े आएगा इहनूं आपां कहंदे लिमिट x टेंड टू c, लिमिट x टेंड टू c, जदों x जिहड़ा c दे नेड़े आ जाएगा तो उदों जी ये कोड की बन जाएगी वो टेंजेंट बन जाएगी। तो उस टाइम आप की कह देंगे लिमिट एक्स टेंड टू सी, आ देखो फिर आ y2 आ साडा, आ y1 आ, जे आ साडे कोल आ जे साडे कोल c आ तो आ की बन जाएगा एफ सी। ठीक है, जे इन्ना डिस्टेंस साडे कोल x आ तो आ इत्थों लैके कितने डिस्टेंस की बन जाएगा, देखो आ एफ सी है इस साइड वाली, तो इत्थों लैके कितने डिस्टेंस की बन जाएगा एफ एक्स। ठीक है, हुण साडे कोल एफ डैश सी के इक्वल आएगा लिमिट एक्स टेंड टू सी, आ साडा y2 आ y1 आ x2 आ x1 आ। ठीक है, y2 माइनस y1 और x2 माइनस x1, ये की है साडे कोल ये डेरिवेटिव आ साडे कोल, डेरिवेटिव का फार्मूला ये एफ डैश सी के इक्वल आ गया लिमिट एक्स टेंड टू सी एफ एक्स माइनस एफ सी ओवर एक्स माइनस सी। फिर बेटा ये भी गल आ, हुण ये जिहड़ा डेरिवेटिव आ उहदा फार्मूला उहदी स्लोप वो की है स्लोप ऑफ टेंजेंट होंदी आ, पर ये जिहड़ा है की है ये लिमिट है,
ਤੇ ਲਿਮਿਟ ਸਾਨੂੰ ਪਤਾ ਲਿਮਿਟ ਜਿਹੜਾ ਆ ਇਹਦੀ ਵੈਲਿਊ ਜੇ ਐਗਜ਼ਿਸਟ ਕਰੇਗੀ ਤਾਂ ਹੀ ਆਪਾਂ ਕਹਾਂਗੇ ਕਿ ਡੈਰੀਵੇਟਿਵ ਉਹਦਾ ਐਗਜ਼ਿਸਟ ਕਰਦਾ ਹੈ, ਠੀਕ ਹੈ। ਤੇ ਇਹਦੀ ਵੈਲਿਊ ਐਗਜ਼ਿਸਟ ਤਾਂ ਕਰੇਗੀ ਜੇ ਲੈਫਟ ਤੇ ਰਾਈਟ ਡੈਰੀਵੇਟਿਵ ਇਕੁਅਲ ਹੋਣਗੇ, ਜਾਂ ਇਹਦੇ ਲੈਫਟ ਤੇ ਰਾਈਟ ਕੀ ਆ ਲਿਮਿਟ ਇਕੁਅਲ ਹੋਣਗੇ। ਜਿੱਦਾਂ ਆਪਾਂ ਲਿਮਿਟ ਵਿੱਚ ਕਹਿੰਦੇ ਆ ਲੈਫਟ ਲਿਮਿਟ ਤੇ ਰਾਈਟ ਲਿਮਿਟ ਇਕੁਅਲ ਹੋਣ ਫਿਰ ਹੀ ਲਿਮਿਟ ਐਗਜ਼ਿਸਟ ਕਰਦਾ। ਇੱਦਾਂ ਇਹਦੇ ਵਿੱਚ ਆ ਜੇ ਮੈਂ ਇੱਦਾਂ ਲਿਖ ਦੇਵਾਂ ਲਿਮਿਟ x ਟੈਂਡ ਟੂ c ਨੈਗੇਟਿਵ f of x ਮਾਈਨਸ ਐਫ ਆਫ ਸੀ ਓਵਰ ਐਕਸ ਮਾਈਨਸ ਜਦੋਂ ਸੀ ਨੈਗੇਟਿਵ ਆ, ਸੀ ਨੈਗੇਟਿਵ ਦਾ ਮਤਲਬ ਸੀ ਤੋਂ ਥੋੜ੍ਹਾ ਜਿਹਾ ਛੋਟਾ ਇੱਧਰਲੀ ਸਾਈਡ ਤੇ, ਜਦੋਂ ਜੇ ਇਹ ਵਾਲਾ ਲਿਮਿਟ ਐਗਜ਼ਿਸਟ ਕਰੇ ਇਹਨੂੰ ਆਪਾਂ ਕਹਿੰਦੇ ਆ ਲੈਫਟ ਹੈਂਡ ਡੈਰੀਵੇਟਿਵ, ਠੀਕ ਹੈ। ਇੱਦਾਂ ਹੀ ਜੇ ਮੈਂ ਸੀ ਤੋਂ ਥੋੜ੍ਹਾ ਜਿਹਾ ਉਸ ਸਾਈਡ ਤੇ ਚਲ ਜਾਵਾਂ, ਮਾੜਾ ਜਿਹਾ ਸੀ ਤੋਂ ਰਾਈਟ ਸਾਈਡ ਤੇ, ਇਹ ਸੀ ਤੋਂ ਲੈਫਟ ਸਾਈਡ ਤੇ ਸੀ, ਇੱਧਰ ਸੀ ਨੈਗੇਟਿਵ ਹੁੰਦੀ ਹੈ, ਇੱਧਰ ਸੀ ਪੋਜ਼ੀਟਿਵ ਹੁੰਦੀ ਹੈ। ਜੇ ਮੈਂ ਸੀ ਤੋਂ ਰਾਈਟ ਸਾਈਡ ਤੇ ਚਲ ਜਾਵਾਂ ਉਹਨੂੰ ਮੈਂ ਕਹਿੰਦਾ ਆ ਰਾਈਟ ਹੈਂਡ ਡੈਰੀਵੇਟਿਵ। ਰਾਈਟ ਹੈਂਡ ਡੈਰੀਵੇਟਿਵ ਕਿੱਦਾਂ ਲਿਖੀਦਾ x ਟੈਂਡ ਟੂ c ਪੋਜ਼ੀਟਿਵ f of x ਮਾਈਨਸ ਐਫ ਆਫ c ਓਵਰ x ਮਾਈਨਸ c। ਤੋ ਜੇ ਲੈਫਟ ਤੇ ਰਾਈਟ ਡੈਰੀਵੇਟਿਵ ਦੋਨੇ ਇਕੁਅਲ ਹੋਣ ਤਾਂ ਹੀ ਆ ਜਿਹੜਾ ਲਿਮਿਟ ਵਾ ਤਾਂ ਹੀ ਉਹ ਡੈਰੀਵੇਟਿਵ ਜਿਹੜਾ ਹੈ ਉਹਦਾ ਐਗਜ਼ਿਸਟ ਕਰਦਾ ਹੈ। ਯਾਨੀ ਜਿੱਦਾਂ ਲਿਮਿਟ ਵਿੱਚ ਹੁੰਦਾ ਸੀ ਲੈਫਟ ਲਿਮਿਟ ਤੇ ਰਾਈਟ ਲਿਮਿਟ ਇਕੁਅਲ ਹੁੰਦੀ ਸੀ, ਆਪਾਂ ਕਹਿੰਦੇ ਲਿਮਿਟ ਐਗਜ਼ਿਸਟ ਕਰਦਾ। ਇੱਦਾਂ ਹੀ ਜੇ ਲੈਫਟ ਹੈਂਡ ਡੈਰੀਵੇਟਿਵ ਤੇ ਰਾਈਟ ਹੈਂਡ ਡੈਰੀਵੇਟਿਵ ਦੋਨੇ ਇਕੁਅਲ ਹੋਣ ਆਪਸ ਵਿੱਚ ਐਗਜ਼ਿਸਟ ਕਰਨ ਤੇ ਇਕੁਅਲ ਹੋਣ ਫਿਰ ਆਪਾਂ ਕਹਿੰਦੇ ਆ ਕਿ ਇਹਦਾ ਡੈਰੀਵੇਟਿਵ ਕੀ ਐਗਜ਼ਿਸਟ ਕਰਦਾ ਆ, ਠੀਕ ਹੈ। ਤੇ ਇਹਦਾ ਡੈਰੀਵੇਟਿਵ ਐਟ f ਇਜ਼ ਡਿਫਰੈਂਸ਼ੀਏਬਲ ਐਟ x ਇਜ਼ ਇਕੁਅਲ ਟੂ c। ਸੋ ਇਹ ਬੇਟਾ ਸੀਗਾ ਕਨਸੈਪਟ ਆਫ ਡਿਫਰੈਂਸ਼ੀਏਬਲ, ਮਤਲਬ ਡਿਫਰੈਂਸ਼ੀਏਬਿਲਟੀ ਜਾਂ ਡੈਰੀਵੇਟਿਵ ਦਾ ਕਨਸੈਪਟ ਸੀਗਾ ਕਿ ਡੈਰੀਵੇਟਿਵ ਕਿਹਨੂੰ ਕਹਿੰਦੇ ਆ, ਠੀਕ ਹੈ। ਡੈਰੀਵੇਟਿਵ ਕੀ ਹੁੰਦਾ ਬੇਟਾ ਸਲੋਪ ਆਫ ਟੈਂਜੈਂਟ ਹੁੰਦੀ ਆ, ਯਾਨੀ ਉਹ ਜਿਹੜੀ ਟੈਂਜੈਂਟ ਡਰਾ ਕਰਦੇ ਆ ਉਹਦੀ ਉਹ ਸਲੋਪ ਹੁੰਦੀ ਆ। ਕਿਉਂਕਿ ਟੈਂਜੈਂਟ ਤੇ ਸਾਡੇ ਕੋਲ ਸਿਰਫ ਇੱਕੋ ਹੀ ਪੁਆਇੰਟ ਹੁੰਦਾ ਹੈ, ਇਸ ਲਈ ਉਹਨੂੰ ਉਸ ਦੇ 2 ਪੁਆਇੰਟ ਲਿਆਉਣ ਲਈ ਆਪਾਂ ਨੂੰ ਲਿਮਿਟ ਦੀ ਹੈਲਪ ਲੈਣੀ ਪਈ ਆ। ਸੋ ਲਿਮਿਟ ਦੀ ਹੈਲਪ ਨਾਲ ਆਪਾਂ ਕੀ ਕੀਤਾ ਆ ਸਲੋਪ ਆਫ ਟੈਂਜੈਂਟ ਜਿਹੜੀ ਆ ਉਹ ਡਰਾ ਕੀਤੀ ਆ।